100% ही ਐਰਕੀ ਬੀਆਂ ਦੀ ਵਜ੍ਹਾ ਕਰਕੇ ਖਰਾਬ ਹੋ ਗਿਆ। सौ परसेंट ही फसल खराब होने करके साडा 60 ਤੋਂ 70 हज़ार रुपया कोलों गया। जे आपां इहदे विच कणक दी फसल बीजदे तो सानूं 40 हज़ार रुपया 2 ਤੋਂ 3 हज़ार खर्चा ला के ही मिल जाना ਸੀ। साडा कुल मिला के ਲੱਖ रुपया साडे कोलों नुकसान होया। ਬੀਆਂ ਦੀ ਖਰਾਬੀ ਆ ਜੀ, ਇਹ ਬੀਜ ਜਿਹੜਾ ਵਾ 55 ਤੋਂ 60 ਦਿਨਾਂ 'ਚ ਨਿਕਲਣਾ ਸਟਾਰਟ ਹੁੰਦਾ। ਹਰ ਇੱਕ ਹੀ ਜਿਹੜਾ ਵਾ ਗੋਭੀ ਦਾ ਬੀ ਤੇ ਇਹਨੂੰ 90 ਤੋਂ 100 ਦਿਨ ਲੱਗੇ ਨੂੰ ਹੋ ਗਏ ਆ, ਜਿਹਦੇ ਵਿੱਚ ਫੁੱਲ ਨਹੀਂ ਆ ਰਿਹਾ। ਪੁੱਤਾਂ ਵਾਂਗੂ ਪਾਲਦੇ ਆਂ। ਅਸੀਂ ਸਵੇਰੇ ਆ ਕੇ ਵੇਖੀਦਾ, ਸ਼ਾਮਾਂ ਨੂੰ ਸਵੇਰੇ ਸੁੱਤਿਆਂ ਮੂੰਹ ਨਹੀਂ ਧੋਈਦਾ ਤੇ ਇੱਧਰ ਪਹਿਲਾਂ ਫਸਲ ਵਾਲਾ ਆ ਕੇ ਵੇਖੀਦਾ। ਪਾਕਿਸਤਾਨ ਦੇ ਨੇੜਲੇ ਅਤੇ ਦਰਿਆਈ ਇਲਾਕੇ ਡੇਰਾ ਬਾਬਾ ਨਾਨਕ ਦੇ ਕਰੀਬ 6 ਪਿੰਡਾਂ ਦੀ 100% ਦੀ ਗੋਭੀ ਦੀ ਫਸਲ ਹੋਈ ਤਬਾਹ। ਡੇਰਾ ਬਾਬਾ ਨਾਨਕ ਦੇ ਇਲਾਕੇ ਦੇ ਕਿਸਾਨ ਕਣਕ ਝੋਨੇ ਦੀ ਰਵਾਇਤੀ ਫਸਲਾਂ ਨੂੰ ਛੱਡ ਕੇ ਗੋਭੀ ਦੀ ਫਸਲ ਬੀਜਦੇ ਹਨ। ਹਰ ਸਾਲ ਖੇਤਾਂ ਵਿੱਚੋਂ 2 ਫਸਲਾਂ ਗੋਭੀ ਦੀਆਂ ਲਾਈਆਂ ਜਾਂਦੀਆਂ ਹਨ, ਪਰ ਇਸ ਵਾਰ ਕਿਸਾਨਾਂ ਵੱਲੋਂ ਆਪਣੇ ਹੱਥੀ ਪੁੱਤਾਂ ਵਾਂਗ ਪਾਲੀ ਗੋਭੀ ਦੀ ਫਸਲ ਨੂੰ ਆਪਣੇ ਹੱਥੀ ਨਸ਼ਟ ਕਰਨਾ ਪੈ ਰਿਹਾ ਹੈ, ਕਿਉਂਕਿ ਜੋ ਕਿਸਾਨਾਂ ਨੇ ਬੀਜ ਬੀਜਿਆ ਹੈ ਉਸ ਨੂੰ ਫਲ ਹੀ ਨਹੀਂ ਪੈ ਰਿਹਾ। 5 ਪਿੰਡਾਂ ਦੀ ਕਰੀਬ 100 ਏਕੜ ਫਸਲ ਖਰਾਬ ਹੋ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਵਾਰ ਕੰਪਨੀ ਦੇ ਡੀਲਰ ਨੇ ਉਹਨਾਂ ਨੂੰ ਬੀਜ ਬਹੁਤ ਮਾੜਾ ਦਿੱਤਾ ਹੈ। ਕਿਸੇ ਦੇ ਵੀ ਫਸਲ ਨੂੰ ਫਲ ਨਹੀਂ ਪਿਆ। ਜਿੱਥੇ ਕਿਸਾਨਾਂ ਦਾ ਲੱਖਾਂ ਦਾ ਨੁਕਸਾਨ ਹੋ ਗਿਆ ਹੈ, ਉੱਥੇ ਹੀ 6 ਮਹੀਨੇ ਦੀ ਮਿਹਨਤ ਖਰਾਬ ਹੋਈ ਹੈ। ਉਹਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਨਕਲੀ ਬੀਜ ਬਣਾਉਣ ਵਾਲੀ ਕੰਪਨੀ ਤੇ ਕਾਰਵਾਈ ਕਰੇ ਤਾਂ ਕਿ ਅੱਗੇ ਤੋਂ ਕਿਸੇ ਦੀ ਫਸਲ ਵੀ ਖਰਾਬ ਨਾ ਹੋਵੇ। 80% ਏਰੀਆ ਗੋਭੀ ਲੱਗਦੀ ਆ। ਇਹ ਜਿਹੜਾ ਬੇੜਾ ਵਾ 35 ਤੋਂ 40 ਕਿੱਲੇ ਇਹ ਵੀ ਲੱਗਾ ਵਾ, ਤੇ ਜਿਹੜਾ 100% ਹੀ ਐਰਕੀ ਬੀਆਂ ਦੀ ਵਜ੍ਹਾ ਕਰਕੇ ਖਰਾਬ ਹੋ ਗਿਆ, ਜਿਹਦੇ ਤੇ 60 ਤੋਂ 70 ਹਜ਼ਾਰ ਕਿੱਲੇ ਦਾ ਖਰਚਾ ਲੱਗਦਾ, ਤੇ ਉਹ ਵੀ ਗਿਆ। ਤੇ ਮੰਡੀ ਦੇ ਵਿੱਚ ਰੇਟ ਚੰਗੇ ਹੀ ਐਰਕੀ, ਜਿਹਦੇ ਨਾਲ 2 ਤੋਂ 2.5 ਲੱਖ ਰੁਪਈਆ ਕਿੱਲੇ ਦਾ ਬਣਨਾ ਸੀ, ਪਰ ਇਹ 100% ਹੀ ਫਸਲ ਖਰਾਬ ਹੋਣ ਕਰਕੇ ਸਾਡਾ 60 ਤੋਂ 70 ਹਜ਼ਾਰ ਰੁਪਈਆ ਕੋਲੋਂ ਗਿਆ। ਜੇ ਆਪਾਂ ਇਹਦੇ ਵਿੱਚ ਕਣਕ ਦੀ ਫਸਲ ਬੀਜਦੇ ਤਾਂ ਸਾਨੂੰ 40 ਹਜ਼ਾਰ ਰੁਪਈਆ 2 ਤੋਂ 3 ਹਜ਼ਾਰ ਖਰਚਾ ਲਾ ਕੇ ਹੀ ਮਿਲ ਜਾਣਾ ਸੀ। ਸਾਡਾ ਕੁੱਲ ਮਿਲਾ ਕੇ ਲੱਖ ਰੁਪਈਆ ਸਾਡੇ ਕੋਲੋਂ ਨੁਕਸਾਨ ਹੋਇਆ, ਤੇ ਜੇ ਚੰਗੀ ਫਸਲ ਨਿਕਲਦੀ ਤੇ 2 ਤੋਂ 2.5 ਲੱਖ ਰੁਪਈਆ ਨੂੰ 1.5 ਲੱਖ ਰੁਪਈਆ ਮੁਨਾਫਾ ਆਉਣਾ ਸੀ। ਇਹ ਬੀਆਂ ਦੀ ਖਰਾਬੀ ਆ ਜੀ, ਇਹ ਬੀਜ ਜਿਹੜਾ ਵਾ 55 ਤੋਂ 60 ਦਿਨਾਂ 'ਚ ਨਿਕਲਣਾ ਸਟਾਰਟ ਹੁੰਦਾ। ਹਰ ਇੱਕ ਹੀ ਜਿਹੜਾ ਵਾ ਗੋਭੀ ਦਾ ਬੀ ਤੇ ਇਹਨੂੰ 90 ਤੋਂ 100 ਦਿਨ ਲੱਗੇ ਨੂੰ ਹੋ ਗਏ ਆ, ਜਿਹਦੇ ਵਿੱਚ ਫੁੱਲ ਨਹੀਂ ਆ ਰਿਹਾ, ਤੇ ਫੁੱਲ ਦੀ ਜਿਹੜੀ ਕਰੂੰਬਲੀ ਆ ਉਹ ਮਤਲਬ ਖਰਾਬ ਹੋ ਗਈ ਆ, ਜਿਹਦੇ ਕਰਕੇ ਖੇਤ ਨੂੰ ਵਾਹੁਣਾ ਪੈ ਰਿਹਾ, ਤੇ ਇਸ ਕਰਕੇ 100% ਹੀ ਨੁਕਸਾਨ ਹੋਇਆ। ਬੱਚਿਆਂ ਵਾਂਗ ਹੀ ਪਾਲੀ ਹੁੰਦੀ ਆ ਫਸਲ, ਤੇ ਜਦੋਂ ਹੁਣ ਜਿਹੜੀ ਅਗਲੀ ਫਸਲ ਲਾਉਣੀ ਆ ਉਹਦੇ ਕਰਕੇ ਜਦੋਂ ਇਹ ਬਿਲਕੁਲ ਹੀ ਖਰਾਬ ਹੋ ਗਈ ਆ, ਤੇ ਫਿਰ ਇਹ ਉਹ ਅਗਲੀ ਫਸਲ ਨੂੰ ਵੀ ਦੇਖਣਾ ਪੈਂਦਾ, ਤੇ ਇਹਦੇ ਵਿੱਚ ਜਿੰਨੀ ਇਹ ਖਾਦ ਰੂੜੀ ਇਹ ਵਿੱਚੇ ਵਗਣੀ ਆ, ਉਹਦੇ ਨਾਲ ਉਹ ਵੀ ਫਸਲ ਨੂੰ ਨੁਕਸਾਨ ਹੁੰਦਾ। ਤੇ ਇਸ ਕਰਕੇ ਫਿਰ ਜਦੋਂ ਅਗਲੀ ਫਸਲ ਨੂੰ ਦੇਖਦੇ ਹੋਏ ਪਹਿਲੀ ਫਸਲ ਦਾ ਜਦੋਂ ਸਮਾਂ ਬੀਤ ਜਾਂਦਾ ਤੇ ਅਗਲੀ ਫਸਲ ਦਾ ਸਮਾਂ ਆਉਣ ਕਰਕੇ ਫਿਰ ਉਹ ਵਾਹੁਣੀ ਪੈਂਦੀ ਹੈ। ਜਦੋਂ ਇੱਕ ਇਹ ਬਣ ਤਿਆਰ ਨਹੀਂ ਵਾਲਿਆਂ ਨਾਲ ਗੱਲ ਹੋਈ, ਬੀ ਵਾਲੇ ਫੋਨ ਹੀ ਚੁੱਕਦੇ, ਤੇ ਅਸੀਂ ਤੇ ਇਹੋ ਜਾਂਦੇ ਆ ਵੀ ਸਰਕਾਰ ਸਾਡੀ ਕੋਈ ਬਾਂਹ ਫੜੇ, ਵੀ ਸਾਡੀਆਂ ਵੀ ਇੰਨੀਆਂ ਜ਼ਮੀਨਾਂ ਵੀ ਨਹੀਂ ਕਿ ਇੱਥੇ ਬਾਰਡਰ ਏਰੀਆ ਵਾ, ਵੀ 2-2 2.5 ਕਿੱਲੇ ਜ਼ਮੀਨਾਂ ਨੇ, ਉਹੀ ਅਸੀਂ ਕਿੱਲਾ 1.5 ਕਿੱਲਾ ਗੋਭੀਆਂ ਲਾਉਣੇ ਆ, ਤੇ ਉਹੀ ਸਾਡਾ ਹੁਣ 60-70 ਹਜ਼ਾਰ ਰੁਪਇਆ ਲੱਗ ਗਿਆ ਵਾ, ਖਰਚਾ ਉੱਤੇ ਲੱਗ ਗਿਆ, ਤੇ ਉਹੀ ਹੁਣ ਗਾਂ ਹੋਈ ਦੂਜਾ ਫਸਲ ਦੂਜੀ ਫੇਰ ਗੋਭੀ ਲਾਉਣੀ ਸੀ, ਤੇ ਹੁਣ ਫਿਰ ਇੱਦਾਂ ਹੀ ਨਾ ਆੜਤੀਆਂ ਕੋਈ ਚੁੱਕ ਚੱਕ ਕੇ ਹੁਣ ਫਿਰ ਕਰਾਂਗੇ। ਤੇ ਇਹ ਸਾਨੂੰ ਇਹ ਚਾਹੀਦਾ ਵੀ ਸਰਕਾਰ ਸਾਡੀ ਬਾਂਹ ਫੜੇ, ਵੀ ਇੱਦਾਂ ਹੀ ਲਵਾਂਗੇ, ਮੁੱਲ ਹੀ ਲਾਵਾਂਗੇ। ਸਾਡੇ ਪਿੰਡ ਦੀ ਉਹਨਾਂ ਦੱਸਿਆ ਹੀ ਆ ਵੀ 200 ਤੋਂ 250 ਕਿੱਲਾ ਜ਼ਮੀਨ ਆ, ਉਹਦੇ ਵਿੱਚ 80% ਜਿਹੜਾ ਉਹ ਗੋਭੀ ਤੇ ਹੀ ਨਿਰਭਰ ਆ ਸਾਰਾ ਪਿੰਡ। ਮਤਲਬ 3 ਤੋਂ 4 ਕਿੱਲੇ, ਕਿਸੇ ਦੀ 2.5 ਕਿੱਲੇ ਜ਼ਮੀਨ ਆ, ਉਹ ਸਾਰੇ ਗੋਭੀ ਦੀ ਫਸਲ ਹੀ ਬੀਜ ਕੇ ਤੇ ਆਪਣਾ ਗੁਜ਼ਾਰਾ ਚਲਾਉਂਦੇ ਆ। ਭਰਪਾਈ ਇਹਦੀ ਕਿੱਥੋਂ ਹੋਣੀ ਹੈ ਜੀ? ਭਰਪਾਈ ਇਹ ਤੇ ਬਹੁਤ ਜ਼ਿਆਦਾ ਵੱਡਾ ਨੁਕਸਾਨ ਆ, ਭਰਪਾਈ ਇਹਦੀ ਤੇ ਹੁਣ ਹੋ ਹੀ ਨਹੀਂ ਸਕਦੀ। ਪੁੱਤਾਂ ਵਾਂਗੂ ਪਾਲਦੇ ਆਂ। ਅਸੀਂ ਸਵੇਰੇ ਆ ਕੇ ਵੇਖੀਦਾ, ਸ਼ਾਮਾਂ ਨੂੰ ਸਵੇਰੇ ਸੁੱਤਿਆਂ ਮੂੰਹ ਨਹੀਂ ਧੋਈਦਾ ਤੇ ਇੱਧਰ ਪਹਿਲਾਂ ਫਸਲ ਵਾਲਾ ਆ ਕੇ ਵੇਖੀਦਾ, ਤੇ
ਪੁੱਤਾਂ ਵਾਂਗੂ ਪਾਲੀ ਹੈ ਇਹਨੂੰ, ਜਦੋਂ ਵਾਵਾਂਗੇ ਹੁਣ ਤੇ ਦਿਲ ਤੇ ਤੁਹਾਨੂੰ। ਪਿੰਡ ਵਿੱਚ ਬੀਜ ਦੇਣ ਵਾਲੇ ਕਿਸਾਨ ਜਸਵੀਰ ਸਿੰਘ ਨੇ ਕਿਹਾ ਕਿ ਉਸ ਕੋਲ ਕੰਪਨੀ ਵਾਲੇ ਆ ਕੇ ਬੀਜ ਦੇ ਜਾਂਦੇ ਹਨ ਅਤੇ ਪਿੰਡ ਵਾਸੀ ਆ ਕੇ ਉਸ ਕੋਲੋਂ ਖਰੀਦ ਲੈਂਦੇ ਨੇ। ਨਾ ਮੈਨੂੰ ਕੰਪਨੀ ਬਿੱਲ ਦਿੰਦੀ ਹੈ ਤੇ ਨਾ ਹੀ ਮੈਂ ਕਿਸਾਨਾਂ ਨੂੰ। ਵੀ ਅੱਗੇ ਵੀ ਇਹਨਾਂ ਨੂੰ ਦੇਈਦਾ ਹਾਂਜੀ, ਤੇ ਮੈਂ ਕਿਹੜਾ ਵੀ ਕੋਲੋਂ ਭਰ ਕੇ ਦੇਣ ਡਿਆ ਆਪਣੇ ਘਰੋਂ, ਵੀ ਕੰਪਨੀ ਦਾ ਸਜੰਟਾ ਕੰਪਨੀ ਦਾ ਵਾ, ਤੇ ਦੂਜੀ ਇਹਨਾਂ ਪਨੀਰੀ ਲਿਆਂਦੀ ਆ ਉਹਦੀ ਸੈਮਨਸ ਕੰਪਨੀ ਦੀ ਹਾਂਜੀ, ਉਹ ਵੀ ਤੁਹਾਡੇ ਸਾਹਮਣੇ ਖੜੀ ਆ। ਖਰਾਬ ਇਹ ਹੁਣ ਕੀ ਪਤਾ, ਹੁਣ ਗਰਮੀ ਦਾ, ਉਹ ਤੇ ਕੰਪਨੀ ਵਾਲੇ ਤੇ ਕਹਿੰਦੇ ਵੀ ਗਰਮੀ ਦਾ ਵਾ, ਤੇ ਹੁਣ ਸਾਨੂੰ ਕੀ ਪਤਾ ਵੀ ਕੀ ਹਿਸਾਬ ਕਿਤਾਬ ਹੈ ਇਹਦਾ। ਸਾਡੇ ਤੋਂ ਮਹਾਰਾਜ ਅਸੀਂ 1 ਕਿਲੋ ਬੀਜ ਦਿੱਤਾ ਇੱਥੇ, ਤੇ 5-6 ਬੰਦਿਆਂ ਨੂੰ ਦਿੱਤਾ ਬਸ। ਤੇ ਹੁਣ ਸਾਨੂੰ ਜਿੱਥੋਂ ਕੋਈ ਮਰਜ਼ੀ ਲਾਏਗਾ ਤੇ ਉਹ ਸਾਡਾ ਨਾਂ ਥੋੜਾ ਲੱਗਣਾ। ਦਰਸ਼ਨ ਸਿੰਘ ਨੂੰ ਵੀ ਦਿੱਤਾ ਵਾ, ਇਹਨਾਂ ਨੂੰ ਗੁਰਨਾਮ ਸਿੰਘ ਨੂੰ ਵੀ ਦਿੱਤਾ ਵਾ, ਹੋਰ ਵੀ 2-3 ਬੰਦੇ ਹੈਗੇ ਆ। ਸਾਨੂੰ ਉੱਥੋਂ ਵੀ ਨਹੀਂ ਜੇ ਆਉਂਦਾ ਬਿੱਲ, ਤੇ ਅਸੀਂ ਫਿਰ ਇਹਨਾਂ ਨੂੰ ਕਿੱਥੋਂ ਦੇ ਦੇਣਾ ਵਾ। ਇਹ ਜ਼ਿੰਮੇਵਾਰੀ ਮਹਾਰਾਜ ਦੀ ਆ ਵੇਲੇ। ਇਹ ਨਾ ਮੇਰੇ ਵਾਸਿਆ, ਨਾ ਇਹ ਤੁਹਾਡੇ ਆ, ਤੇ ਨਾ ਇਹਨਾਂ ਦੇ ਦਾ ਹੋ ਤੇ ਹੈ। ਤੇ ਚਲੋ ਨੁਕਸਾਨ ਜਿਹੜਾ ਉਹ ਤੇ ਨੁਕਸਾਨ ਆ, ਇਹ ਤੇ ਅਸੀਂ ਵੀ ਮੰਨਿਆ ਵੀ ਨੁਕਸਾਨ ਆ। ਸਾਡੀ ਜੇ ਖਰਾਬ ਫਸਲ ਹੋ ਜੇ ਤੇ ਸਾਨੂੰ ਵੀ ਦੁੱਖ ਹੁੰਦਾ। ਅਸੀਂ ਲਾਉਂਦੇ ਆ ਗੋਭੀ, ਪਿੱਛੇ ਲਾਈ ਆ ਆਪਣੀ ਹਾਂਜੀ। ਆਹ ਨਹੀਂ ਮੈਂ ਲਾਇਆ, ਮੈਂ ਆਖਾਂ ਮੈਂ ਇਕੱਲਾ ਬੰਦਾ, ਥੋੜੀ ਪੈਲੀ ਆ ਤੇ ਮੈਂ ਨਹੀਂ ਲਾਇਆ। ਤੇ ਹੋਰ ਕਿਸੇ ਦੇ ਘਰ ਜਾ ਕੇ ਤੇ ਕਹੀਦਾ ਨਹੀਂ ਵੀ ਤੂੰ ਮੇਰੇ ਕੋਲ ਬੀਜ ਲੈ ਹਾਂਜੀ। ਗੁਰਦਾਸਪੁਰ ਤੋਂ ਗੁਰਪ੍ਰੀਤ ਸਿੰਘ ਦੀ ਖਾਸ ਰਿਪੋਰਟ।